Okay, Rajay, we have done with Vesper theory, which told you about the shapes of the molecules, है ना, जिन्हें ਆਪਾਂ ਨੂੰ shapes of molecules ਬਾਰੇ ਦੱਸਿਆ ਸੀਗਾ. So our next theory is VBT. ਬਿਕੋਜ਼ ਵੈਸਪਰ ਥਿਊਰੀ ਦੀਆਂ ਕੁਛ ਲਿਮਿਟੇਸ਼ਨ ਸੀਗੀਆਂ ਜਿਹੜੀਆਂ ਨੂੰ ਇੰਪਰੂਵ ਕੀਤਾ VBT ਨੇ. ਜਿਵੇਂ ਵੈਸਪਰ ਥਿਊਰੀ ਨੇ ਆਪਾਂ ਨੂੰ ਬੌਂਡ ਸਟਰੈਂਥ ਨਹੀਂ ਦੱਸੀ ਸੀ ਕਿ ਕਿਹੜਾ ਬੌਂਡ ਵੀਕ ਹੋਏਗਾ, ਕਿਹੜਾ ਬੌਂਡ ਸਟਰੋਂਗ ਹੋਏਗਾ, ਠੀਕ ਹੈ, ਇਹਦੇ 'ਤੇ ਕੋਈ ਕੰਸੈਪਟ ਨਹੀਂ ਦੱਸਿਆ ਸੀ ਉਹਨੇ. ਬੌਂਡ ਐਨਰਜੀ ਦਾ ਕੋਈ ਕੰਸੈਪਟ ਨਹੀਂ ਲਿਆ ਸੀ, ਠੀਕ ਹੈ. ਬੌਂਡ ਫਾਰਮੇਸ਼ਨ ਹੁੰਦੀ ਕਿਵੇਂ ਹੈ, ਠੀਕ ਹੈ, ਬੌਂਡ ਫਾਰਮੇਸ਼ਨ ਕਿਵੇਂ ਹੁੰਦੀ ਹੈ, ਹਾਊ ਇਜ਼ ਗੋਇੰਗ ਔਨ or how the bond is forming, it has given no idea about these kind of things. ਉਹਨੇ ਜਸਟ ਆਪਾਂ ਨੂੰ ਸ਼ੇਪਸ ਦੱਸਿਆ ਸੀ ਕਿ ਬੌਂਡ ਬਣੇ ਬਣਾਏ ਹੋਣ ਅਤੇ ਉਹਨਾਂ ਨੂੰ ਅਰੇਂਜ ਕਰਨਾ, ਕਿਵੇਂ ਅਰੇਂਜ ਕਰਨਾ ਹੈਗਾ, ਉਹ ਉਹਨੇ ਆਪਾਂ ਨੂੰ ਜ਼ਰੂਰ ਦੱਸਿਆ ਸੀ. ਉਹ ਥਿਊਰੀ ਨੋ ਡਾਊਟ ਬਹੁਤ ਹੈਲਪਫੁਲ ਆਪਾਂ ਨੂੰ ਜਿਓਮੈਟਰੀ ਪ੍ਰੈਡਿਕਸ਼ਨਸ ਦੇ ਵਿੱਚ, ਠੀਕ ਹੈ. ਤਾਂ ਅੱਗੇ ਹੁਣ ਉਹਦੀਆਂ ਜਿਹੜੀਆਂ ਇਹ ਸੀਗੀਆਂ ਆਪਣੇ ਕੋਲੇ ਇੰਪਰੂਵ ਕੀਤੀਆਂ ਲਿਮਿਟੇਸ਼ਨਸ, ਉਹ ਕਿਹੜੀ ਥਿਊਰੀ ਨੇ ਕੀਤੀਆਂ, VBT ਨੇ. VBT ਇਜ਼ ਦਾ valence bond theory. It is the valence bond theory. ਇਹਨੇ ਆਪਾਂ ਨੂੰ ਕੰਸੈਪਟ ਦਿੱਤਾ ਓਵਰਲੈਪਿੰਗ ਦਾ, ਓਵਰਲੈਪਿੰਗ ਆਫ ਔਰਬਿਟਲਸ ਦਾ, ਠੀਕ ਹੈ. ਓਵਰਲੈਪਿੰਗ ਆਫ ਔਰਬਿਟਲਸ ਦਾ ਜਦੋਂ ਇਹਨੇ ਕੰਸੈਪਟ ਦਿੱਤਾ ਆਪਾਂ ਨੂੰ, ਉਹ ਕੰਸੈਪਟ ਆਪਾਂ ਇਸ ਥਿਊਰੀ ਤੋਂ ਬਾਅਦ ਪੜ੍ਹਾਂਗੇ. ਇਸ ਥਿਊਰੀ ਤੋਂ ਬਾਅਦ ਵਾਲਾ ਕੰਸੈਪਟ ਆ ਉਹ. ਤਾਂ ਓਵਰਲੈਪਿੰਗ ਆਫ ਔਰਬਿਟਲਸ ਹੋਊਗਾ, ਵੈਲੈਂਸ ਬੌਂਡ ਥਿਊਰੀ ਹੈ. ਵੈਲੈਂਸ ਬੌਂਡ ਥਿਊਰੀ ਓਵਰਲੈਪਿੰਗ ਦੱਸਿਆ ਆਪਾਂ ਨੂੰ, ਇਹਨੇ ਬੌਂਡ ਸਟਰੈਂਥ ਦੱਸੀ ਹੈ, ਬੌਂਡ ਸਟਰੈਂਥ ਨੂੰ ਰਿਲੇਟ ਕੀਤਾ ਇਹਨੇ ਵਿਦ ਬੌਂਡ ਐਨਰਜੀ, ਠੀਕ ਹੈ. ਬੌਂਡ ਐਨਰਜੀ ਦੇ ਨਾਲ ਵੀ ਜਿਹੜਾ ਇਹਨੂੰ ਕੀ ਕੀਤਾ ਹੋਇਆ, ਕੰਸੈਪਟ ਨੂੰ ਰਿਲੇਟ ਕਰਕੇ ਦੱਸਿਆ ਆਪਾਂ ਨੂੰ. ਓਵਰਲੈਪਿੰਗ ਦਾ ਕੰਸੈਪਟ ਹੋ ਗਿਆ, ਬੌਂਡ ਸਟਰੈਂਥ ਦਾ ਕੰਸੈਪਟ ਹੋ ਗਿਆ, ਠੀਕ ਹੈ. ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਨਵੀਆਂ ਨੇ, ਠੀਕ ਹੈ. ਬੌਂਡ ਸਟਰੈਂਥ ਔਰ ਮਲਟੀਪਲ ਬੌਂਡ ਫਾਰਮੇਸ਼ਨ ਵੀ ਇਹਨੇ ਆਪਾਂ ਨੂੰ ਦੱਸਣੀ ਹੈ ਅੱਗੇ, ਕਿ ਹਾਊ ਦਾ ਮਲਟੀਪਲ ਬੌਂਡਸ ਆਰ ਫਾਰਮਿੰਗ, ਉਹ ਬੌਂਡ ਸਿਗਮਾ ਪਾਈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅੱਗੇ ਆਪਾਂ ਕਰਾਂਗੇ. ਫਿਲਹਾਲ ਦੇਅਰ ਪੁਆਇੰਟਸ, ਇੰਪੋਰਟੈਂਟ ਪੁਆਇੰਟਸ ਆਫ ਥਿਊਰੀ, ਥਿਊਰੀ ਦੇ ਇੰਪੋਰਟੈਂਟ ਪੁਆਇੰਟ ਹੈ ਜਿਵੇਂ ਵੈਸਪਰ ਥਿਊਰੀ ਦੇ ਸੀਗੇ, ਤਾਂ ਉਵੇਂ ਹੀ ਹੁਣ ਆਪਣੇ ਕੋਲ ਇਹਦੇ ਪੁਆਇੰਟ ਆ. ਫਸਟ ਪੁਆਇੰਟ ਸੀ ਐਟਮਸ ਡੂ ਨਾਟ ਲੂਜ਼ ਦੇਅਰ ਆਈਡੈਂਟੀਟੀ, ਕਿ ਐਟਮ ਆਪਦੀ ਆਈਡੈਂਟਿਟੀ ਲੂਜ਼ ਨਹੀਂ ਕਰਦੇ, ਡੂ ਨਾਟ ਲੂਜ਼ ਦੇਅਰ ਆਈਡੈਂਟਿਟੀ ਡਿਊਰਿੰਗ ਮੋਲੀਕਿਊਲ ਫਾਰਮੇਸ਼ਨ, ਕਿ ਮੋਲੀਕਿਊਲ ਬਣਨ ਵੇਲੇ ਐਟਮਸ ਆਪਦੀ ਆਈਡੈਂਟਿਟੀ ਲੂਜ਼ ਨਹੀਂ ਕਰਦੇ. ਜਿਵੇਂ ਦੀ ਐਗਜ਼ਾਮਪਲ ਆਪਾਂ ਲਈ ਸੀ ਕਿ H2O ਹੈ ਜਾਂ H2O2 ਹੈ, ਠੀਕ ਹੈ. ਕਿ ਆਪਣੇ ਕੋਲ ਜੇ ਵਾਟਰ ਦੇ ਵਿੱਚ ਹਾਈਡਰੋਜਨ ਐਟਮਸ ਕਿਹੜੇ ਕਿਹੜੇ ਆ, ਹਾਈਡਰੋਜਨ ਅਤੇ ਆਕਸੀਜਨ ਹੈ. ਇਹਨਾਂ ਦਾ ਨਾਮ ਆਪਾਂ ਹਾਈਡਰੋਜਨ ਅਤੇ ਆਕਸੀਜਨ ਹੀ ਲਵਾਂਗੇ. ਜੇ ਇਹਨਾਂ ਨੇ ਹਾਈਡਰੋਜਨ ਪਰਆਕਸਾਈਡ ਬਣਾਇਆ ਤਾਂ ਵੀ ਆਪਾਂ ਕੀ ਕਵਾਂਗੇ, ਕਿਹਦੇ ਤੋਂ ਮਿਲ ਕੇ ਬਣਿਆ, ਹਾਈਡਰੋਜਨ ਅਤੇ ਆਕਸੀਜਨ ਤੋਂ. ਹਾਈਡਰੋਜਨ ਕਿਸੇ ਵੀ ਐਟਮ ਨਾਲ ਮਿਲ ਕੇ ਕੋਈ ਵੀ ਮੋਲੀਕਿਊਲ ਬਣਾ ਲੇ, ਉਹਦਾ ਨਾਮ ਹਮੇਸ਼ਾ ਹਾਈਡਰੋਜਨ ਹੀ ਰਹੇਗਾ, ਠੀਕ ਹੈ. ਉਹਦਾ ਨਾਮ ਕੋਈ ਚੇਂਜ ਨਹੀਂ ਹੋਏਗਾ. ਅਗਰ ਆਕਸੀਜਨ ਆ ਤਾਂ ਆਕਸੀਜਨ ਹੀ ਰਹੇਗਾ, ਇਹ ਨਹੀਂ ਹੈਗਾ ਵੀ ਆਕਸੀਜਨ ਦਾ ਕੁਛ ਹੋਰ ਬਣ ਜਾਏਗਾ. ਸਿਮਿਲਰਲੀ ਵਿਦ ਅਦਰ ਐਟਮਸ, ਕਿ ਐਟਮ ਕੋਈ ਵੀ ਮੋਲੀਕਿਊਲ ਬਣਾਉਂਦਾ, ਐਟਮ ਉਹੀ ਰਹਿੰਦਾ, ਠੀਕ ਹੈ. ਮੋਲੀਕਿਊਲ ਦੇ ਵਿੱਚ ਬੌਂਡ ਜ਼ਰੂਰ ਹੋ ਜਾਂਦਾ ਬਟ ਉਹ ਆਪਦੀ ਆਈਡੈਂਟਿਟੀ ਲੂਜ਼ ਨਹੀਂ ਕਰਦਾ. ਸੈਕਿੰਡ ਪੁਆਇੰਟ ਸੀ ਕਿ ਵੈਲੈਂਸ ਸ਼ੈਲ ਇਲੈਕਟ੍ਰੋਨਸ, VSE ਮੀਨਸ ਵੈਲੈਂਸ ਸ਼ੈਲ ਇਲੈਕਟ੍ਰੋਨਸ ਪਾਰਟੀਸੀਪੇਟ ਇਨ ਬੌਂਡ ਫਾਰਮੇਸ਼ਨ, ਕਿ ਬੌਂਡ ਫਾਰਮੇਸ਼ਨ ਦੇ ਵਿੱਚ ਇਹ ਆਪਣੇ ਕੋਲ ਜਿਹੜੇ ਹੈਗੇ ਆ ਪਾਰਟੀਸੀਪੇਟ ਕਰਦੇ ਆ ਸਿਰਫ ਵੈਲੈਂਸ ਸ਼ੈਲ ਇਲੈਕਟ੍ਰੋਨਸ, ਇਨਰ ਇਲੈਕਟ੍ਰੋਨਸ ਡੂ ਨਾਟ ਪਾਰਟੀਸੀਪੇਟ. ਜਿਹੜੀ ਬੌਂਡ ਬਣਦੇ ਆ, ਬੌਂਡ ਬਣਨ ਦੇ ਵਿੱਚ ਸਿਰਫ ਅਤੇ ਸਿਰਫ ਜਿਹੜੇ ਆਊਟਰ ਇਲੈਕਟ੍ਰੋਨਸ ਹੁੰਦੇ ਆ ਉਹ ਪਾਰਟੀਸੀਪੇਟ ਕਰਦੇ ਆ, ਇਨਰ ਇਲੈਕਟ੍ਰੋਨਸ ਐਟਮ ਦੇ ਪਾਰਟੀਸੀਪੇਟ ਨਹੀਂ ਕਰਦੇ. ਕਿਉਂ ਨਹੀਂ ਕਰਦੇ, ਕਿਉਂਕਿ ਆਊਟਰ ਇਲੈਕਟ੍ਰੋਨ 'ਚ ਹੀ ਆਪਾਂ 8 ਆਊਟਰ ਔਰਬਿਟਲ 'ਚ 8 ਇਲੈਕਟ੍ਰੋਨ ਪੂਰੇ ਕਰਨੇ ਹੁੰਦੇ ਆ. ਦੇਖੋ ਜਿਵੇਂ ਮੰਨ ਲਓ 1s2 2s2 2p6 3s1 ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੈ, ਇਹ ਇਹਦਾ ਵੈਲੈਂਸ ਸ਼ੈਲ ਹੈ, ਇਹ ਬੌਂਡਿੰਗ 'ਚ ਪਾਰਟੀਸਪੇਟ ਕਰੂਗਾ. ਇਹ ਵੈਲੈਂਸ ਸ਼ੈਲ ਹੈ ਜਿਹੜਾ, ਇਹ ਬੌਂਡਿੰਗ 'ਚ ਪਾਰਟੀਸਪੇਟ ਕਰੂਗਾ. ਬੌਂਡਿੰਗ ਦੇ ਵਿੱਚ ਜਿਹੜੇ ਪਾਰਟੀਸਪੇਟ ਨਹੀਂ ਕਰਨਗੇ ਉਹ ਇਨਰ ਇਲੈਕਟ੍ਰੋਨ ਹੈ, ਆਹ ਇਨਰ ਇਲੈਕਟ੍ਰੋਨਸ ਹੈ. ਵੈਲੈਂਸ ਸ਼ੈਲ ਤੋਂ ਲੈਫਟ ਹੈਂਡ ਸਾਈਡ 'ਤੇ ਜਿਹੜੇ ਹੁੰਦੇ ਆ ਉਹ ਇਨਰ ਇਲੈਕਟ੍ਰੋਨਸ ਹੀ ਹੁੰਦੇ ਆ, ਕਿਉਂਕਿ ਇਹ ਫੁੱਲੀ ਫਿਲਡ ਹੈ.
P6 फुली फिल्ड है तो ये पार्टिसिपेट नहीं करूगा, ये अनफिल्ड है, ठीक है, या हाफ फिल्ड है, ਜਾਂ ਇਹਦੇ ਵਿੱਚ ਘੱਟ ਇਲੈਕਟ੍ਰੋਨ ਹੋ ਸਕਦੇ ਆ। ਜੇ ਇਹ ਫੁੱਲੀ ਫਿਲਡ ਹੋਵੇ ਤਾਂ ਇਹ ਵੀ ਨਾ ਪਾਰਟਿਸਿਪੇਟ ਕਰੇ, ਤਾਂ ਵੈਲੈਂਸ ਸ਼ੈਲ ਉਹ ਪਾਰਟਿਸਿਪੇਟ ਕਰਦੇ ਆ ਬੌਂਡ ਫਾਰਮੇਸ਼ਨ ਦੇ ਵਿੱਚ। ਕਿਹੜੇ ਪਾਰਟਿਸਿਪੇਟ ਕਰਦੇ ਆ? ਔਰ ਜਦੋਂ ਬੌਂਡ ਬਣਦਾ ਤਾਂ ਔਰਬਿਟਲ ਦੀ ਕੀ ਕੰਡੀਸ਼ਨ ਹੋਣੀ ਚਾਹੀਦੀ ਹੈ ਵੀ ਔਰਬਿਟਲ ਮਸਟ ਬੀ ਹਾਫ ਫਿਲਡ। ਔਰਬਿਟਲ ਕੀ ਹੁੰਦਾ ਹੋਣਾ ਚਾਹੀਦਾ? ਹਾਫ ਫਿਲਡ ਹੋਣਾ ਚਾਹੀਦਾ ਪਹਿਲਾ। ਤੇ ਦੂਸਰਾ ਕਿ ਕਿਉਂਕਿ ਕੋਵਾਲੈਂਟ ਬੌਂਡ ਦੀ ਆਪਾਂ ਗੱਲ ਕਰ ਰਹੇ ਹਾਂ ਇਸ ਥਿਊਰੀ ਦੇ ਵਿੱਚ, ਤਾਂ ਕੋਵਾਲੈਂਟ ਬੌਂਡ ਹੈ ਜਿਹੜਾ ਸ਼ੇਅਰਿੰਗ ਨਾਲ ਬਣਦਾ, ਸ਼ੇਅਰਿੰਗ ਆਫ 2 ਇਲੈਕਟ੍ਰੋਨਸ। 1 ਬੌਂਡ ਹੈ ਤਾਂ 2 ਇਲੈਕਟ੍ਰੋਨ ਚਾਹੀਦੇ ਆ। ਉਹ ਦੋਨੋਂ ਇਲੈਕਟ੍ਰੋਨ ਦੀ ਸਪਿਨ ਮਸਟ ਬੀ ਆਪੋਜ਼ਿਟ, ਉਹਨਾਂ ਦੀ ਸਪਿਨ ਕੀ ਹੋਣੀ ਚਾਹੀਦੀ ਹੈ? ਆਪੋਜ਼ਿਟ ਹੋਣੀ ਚਾਹੀਦੀ ਹੈ, ਠੀਕ ਹੈ। ਕਿ ਆਪਾਂ 2 ਇਲੈਕਟ੍ਰੋਨ, ਜੇ ਆਪਾਂ ਗੱਲ ਕਰਦੇ ਹਾਂ ਕਿ 2 ਇਲੈਕਟ੍ਰੋਨ ਇਨਵੋਲਵ ਹੁੰਦੇ ਆ, ठीक है, फॉर्मेशन ऑफ कोवालेंट बॉन्ड दे विच, द स्पिन ऑफ इलैक्ट्रॉन्स शुड बी अपोजिट। ऑर्बिटल हाफ फिल्ड होने चाहिए, जिन्होंने पार्टिसिपेट करना बॉन्ड फॉर्मेशन दे विच, जिहड़े इलैक्ट्रॉन्स ने उन्हां दे ऑर्बिटल, ठीक है। फॉर एग्जाम्पल इत्थे मान लो इलैक्ट्रॉन है, इत्थे इन्हें बॉन्ड बनाना है, इन्हें दूसरे इस इलैक्ट्रॉन नाल बॉन्ड बनाना, वो तां बनाऊगा जे तां इन्हां विच दोनों विच बॉन्ड तां बनूगा जे दोनों हाफ फिल्ड है, दोनों ऑर्बिटल, मतलब एक एक इलैक्ट्रॉन है दोनों कोले, ते स्पिन की है? अपोजिट है। जे ये स्पिन इस तरीके नाल हुंदी, ये भी एक तरीके नाल तां बॉन्ड नहीं बनना सी, नो बॉन्ड। जे ये अपोजिट है तो बॉन्ड विल फॉर्म। तो ये दोनों कंडीशन सैटिस्फाई होनियां चाहिदियां ने, ठीक है। बॉन्ड फॉर्मेशन दे वेले स्पिन अपोजिट होनी चाहिए है 2 इलैक्ट्रॉन की जिन्हां ने बॉन्ड बनाना है, तो जिहड़े ऑर्बिटल इनवॉल्व हो रहे हैं उन्होंने हाफ फिल्ड होना चाहिए। जे अपने को ये सिचुएशन है तो इत्थे बॉन्ड नहीं बनेगा, नो बॉन्ड, ठीक है। जे सिचुएशन इस तरीके नाल हैगी है तो इत्थे भी नो बॉन्ड, क्योंकि स्पिन सेम है। बॉन्ड फॉर्मेशन इत्थे ही होएगा, आ केस बॉन्ड फॉर्म, क्यों? क्योंकि इत्थे स्पिन ऑपोजिट है, हाफ फिल्ड ने, ठीक है। ये कंडीशन हो गया। उस तो बाद सैकेंड पॉइंट ये है। थर्ड पॉइंट की कहते हैं वो, एदा थर्ड पॉइंट थ्योरी का की है कि वैलेंस शैल इलैक्ट्रॉन्स लूज देयर आइडेंटिटी ड्यूरिंग बॉन्ड फॉर्मेशन। एटम्स ऑफ दी आइडेंटिटी लूज नहीं करते, ਜਿਹੜੇ ਇਲੈਕਟ੍ਰੋਨਸ ਪਾਰਟਿਸਿਪੇਟ ਕਰਦੇ ਆ ਬੌਂਡ ਫਾਰਮੇਸ਼ਨ ਦੇ ਵਿੱਚ, ਉਹ ਆਪਦੀ ਆਇਡੈਂਟੀਟੀ ਹੈ ਜਿਹੜੀ ਉਹ ਲੂਜ਼ ਕਰ ਦਿੰਦੇ ਆ ਡਿਊਰਿੰਗ ਦਾ ਫਾਰਮੇਸ਼ਨ ਆਫ ਬੌਂਡ। ਇਹ ਵੈਲੈਂਸ ਸ਼ੈਲ ਇਲੈਕਟ੍ਰੋਨਸ ਹੁੰਦੇ ਆ ਜਿਹੜੇ ਪਾਰਟਿਸਿਪੇਟ ਕਰਦੇ ਆ ਤੇ ਉਹਦੀ ਆਇਡੈਂਟੀਟੀ ਲੂਜ਼ ਕਰ ਦਿੰਦੇ ਆ। ਹੁਣ ਆਇਡੈਂਟੀਟੀ ਕੀ ਹੁੰਦੀ ਹੈ ਇਲੈਕਟ੍ਰੋਨਸ ਦੀ? ਆਇਡੈਂਟੀਟੀ ਆਫ ਇਲੈਕਟ੍ਰੋਨ ਇਜ਼ ਕੁਆਂਟਮ ਨੰਬਰਸ। तो क्वांटम नंबरस तो आपां नूं इलैक्ट्रॉन आइडेंटिफाई होंदे आ भी किहड़ा इलैक्ट्रॉन हैगा, क्वांटम नंबरस उहदा एड्रैस होंदे आ, ठीक है। हुण जिहड़े क्वांटम नंबरस उहदा एड्रैस ने, दैट मीनस की है कि ड्यूरिंग द फॉर्मेशन बॉन्ड फॉर्मेशन उहदे क्वांटम नंबरस चेंज हो जाते हैं, क्योंकि जो क्वांटम नंबर चेंज होणगे तो आइडेंटिटी चेंज होगी। जिवें कि बॉन्ड बनाउणा 3s है, इधर मान लो 4p ऑर्बिटल है, इन्हां च आ इलैक्ट्रॉन है 3s वाला इधर चल गया बॉन्ड फॉर्मेशन करन दे लई। जदों ये इधर चल गया तो सिचुएशन आ होगी, ये हुण इलैक्ट्रॉन पहला 3s च सीगा, 3s तो कित्थे शिफ्ट हो गया 4p च। जदों इलैक्ट्रॉन 3s च ते n = 3 सी, L = 0 सी। जो इत्थे आ गया N 4 हो गया, L कितना हो गया 1 हो गया। तो क्वांटम नंबर चेंज हो गए। जो क्वांटम नंबर चेंज हो गए दैट मीनस एड्रैस चेंज हो गया, दैट मीनस इलैक्ट्रॉन की आइडेंटिटी चेंज होगी। तो इस तरीके नाल वैलेंस शैल जिहड़े ਉਹਦੀ आइडेंटिटी की करते हैं लूज करते हैं, ठीक है। फोर्थ आ गया फिर अपने कोले कि वो कहते बॉन्ड स्ट्रेंथ depends upon bond strength depends upon energy released,
कि ਜਦੋਂ ਬੌਂਡ ਬਣਦਾ ਉਦੋਂ એનર્ਜੀ ਰਿਲੀਜ਼ ਹੁੰਦੀ ਆ, ਉਸ એનર્ਜੀ 'ਤੇ ਬੌਂਡ ਦੀ ਸਟਰੈਂਥ ਡਿਪੈਂਡ ਕਰਦੀ ਹੈ। ਕਿਵੇਂ ਡਿਪੈਂਡ ਕਰਦੀ ਹੈ? ਮੋਰ એનર્ਜੀ ਰਿਲੀਜ਼, ਮੋਰ the strength of the bond, ਜਾਂ ਕਹਿ ਲਓ ਬੌਂਡ ਸਟਰੋਂਗ ਹੁੰਦਾ। ਠੀਕ ਹੈ, ਮੋਰ એનર્ਜੀ ਰਿਲੀਜ਼, ਸਟਰੋਂਗ ਬੌਂਡ, ਸਟਰੈਂਥ ਜ਼ਿਆਦਾ ਤਾਂ ਸਟਰੋਂਗ ਹੈ। ਲੈਸ એનર્ਜੀ, ਵੀਕ ਬੌਂਡ। ਠੀਕ ਹੈ, ਤਾਂ ਜਦੋਂ ਬੌਂਡ ਫਾਰਮੇਸ਼ਨ ਵੇਲੇ ਜਿੰਨੀ એનર્ਜੀ ਜ਼ਿਆਦਾ ਰਿਲੀਜ਼ ਹੋਊਗੀ ਉਨਾ ਤੁਹਾਡੇ ਕੋਲੇ ਉਹਦਾ ਜਿਹੜਾ ਹੈਗਾ ਉਹ ਆਪਣੇ ਕੋਲੇ ਕੀ ਹੈ એનર્ਜੀ ਹੈ ਜਿਹੜੀ ਉਸ ਜ਼ਿਆਦਾ ਹੋਊਗੀ, ਬੌਂਡ ਸਟਰੋਂਗ ਹੋਊਗਾ। ਲੈਸ એનર્ਜੀ ਹੋਊਗੀ, ਬੌਂਡ ਵੀਕ ਹੋਏਗਾ। ਤਾਂ ਦੀਜ਼ ਆਰ ਦਾ 4 ਪੁਆਇੰਟਸ। ਲੈਟ ਮੀ ਓਵਰਵਿਊ। ਐਟਮਸ ਆਇਡੈਂਟਿਟੀ ਲੂਜ਼ ਨਹੀਂ ਕਰਦੇ ਡਿਊਰਿੰਗ ਦਾ ਮੋਲੀਕਿਊਲਰ ਫਾਰਮੇਸ਼ਨ। ਵੈਲੈਂਸ ਸ਼ੈਲ ਇਲੈਕਟ੍ਰੋਨਸ ਪਾਰਟੀਸੀਪੇਟ ਕਰਦੇ ਆ ਬੌਂਡ ਫਾਰਮੇਸ਼ਨ 'ਚ, ਇਨਰ ਇਲੈਕਟ੍ਰੋਨਸ ਆਰ ਨਾਟ ਪਾਰਟੀਸੀਪੇਟਿੰਗ। and during the bond formation these two condition must be satisfied. Orbital should be half filled and electrons must have opposite spin. ਜਿਹੜਾ orbital involve ਹੋ ਰਿਹਾ bond formation ਵਿੱਚ ਉਹ half filled ਹੋਣਾ ਚਾਹੀਦਾ ਹੈ, ਤੇ ਜਿਹੜੇ ਇਲੈਕਟ੍ਰੋਨ bond formation 'ਚ ਇਨਵੋਲਵ ਹੋ ਰਹੇ ਆ ਉਹਨਾਂ ਦੀ ਆਪੋਜ਼ਿਟ ਸਪਿਨ ਹੋਣੀ ਚਾਹੀਦੀ ਹੈ। ਵੈਲੈਂਸ ਸ਼ੈਲ ਇਲੈਕਟ੍ਰੋਨਸ ਆਪਦੀ ਆਇਡੈਂਟਿਟੀ ਲੂਜ਼ ਕਰਦੇ ਆ ਜਦੋਂ ਬੌਂਡ ਬਣਾਉਂਦੇ ਆ। ਕਿਉਂ ਲੂਜ਼ ਕਰਦੇ ਆ? ਕਿਉਂਕਿ ਇੱਕ ਔਰਬਿਟਲ ਤੋਂ ਦੂਸਰੇ ਔਰਬਿਟਲ ਮੂਵ ਕਰਦੇ ਆ। ਜੇ ਔਰਬਿਟਲ ਚੇਂਜ ਹੋ ਜਾਂਦਾ ਹੈ, ਉਹਨਾਂ ਦੀ ਜਗ੍ਹਾ ਚੇਂਜ ਹੋ ਜਾਂਦੀ ਹੈ, ਤਾਂ ਉਹਨਾਂ ਦੀ ਆਇਡੈਂਟਿਟੀ ਵੀ ਚੇਂਜ ਹੋ ਜਾਂਦੀ ਹੈ, ਕਿਉਂਕਿ ਕੁਆਂਟਮ ਨੰਬਰਸ ਚੇਂਜ ਹੋ ਜਾਂਦੇ ਆ, ਅਤੇ ਕੁਆਂਟਮ ਨੰਬਰਸ ਆਰ ਦਾ ਆਇਡੈਂਟਿਟੀ ਆਫ ਦਾ ਇਲੈਕਟ੍ਰੋਨਸ। ਓਕੇ, ਫੋਰਥ, ਬੌਂਡ ਸਟਰੈਂਥ ਡਿਪੈਂਡਸ ਅਪੋਨ ਦਾ ਐਨਰਜੀ ਰਿਲੀਜ਼ਡ, ਕਿ ਕਿੰਨੀ ਐਨਰਜੀ ਰਿਲੀਜ਼ ਹੁੰਦੀ ਆ ਉਸ 'ਤੇ ਉਹਦੀ ਬੌਂਡ ਸਟਰੈਂਥ ਦੀ ਬੌਂਡ ਦੀ ਸਟਰੈਂਥ ਡਿਪੈਂਡ ਕਰਦੀ ਹੈ। ਜ਼ਿਆਦਾ ਐਨਰਜੀ ਰਿਲੀਜ਼ ਕਰਦੀ ਹੈ ਤਾਂ ਬੌਂਡ ਸਟਰੋਂਗ ਹੈ, ਘੱਟ ਐਨਰਜੀ ਕਰਦੀ ਹੈ ਤਾਂ ਬੌਂਡ ਵੀਕ ਹੈ। these are the points of the BBT. next ਇਹਦੇ ਬੇਸ 'ਤੇ ਹੁਣ ਆਪਾਂ ਫਾਰਮੇਸ਼ਨ ਕਰਨੀ ਆ, ਫਾਰਮੇਸ਼ਨ ਆਫ ਹਾਈਡਰੋਜਨ ਮੋਲੀਕਿਊਲ, ਫਾਰਮੇਸ਼ਨ ਆਫ H2 ਮੋਲੀਕਿਊਲ, H2 ਮੋਲੀਕਿਊਲ ਦੀ ਫਾਰਮੇਸ਼ਨ ਕਰਨੀ ਆ ਹੁਣ ਆਪਾਂ। ਠੀਕ ਹੈ, H2 ਮੋਲੀਕਿਊਲ ਦੀ ਫਾਰਮੇਸ਼ਨ, H2 ਆਪਾਂ ਨੂੰ ਪਤਾ ਦੋ ਐਟਮਸ ਤੋਂ ਮਿਲ ਕੇ ਬਣਦਾ। ਇਹ ਪਹਿਲਾ ਐਟਮ ਹੈ, ਇਹਨੂੰ A ਕੰਸੀਡਰ ਕਰ ਲਓ। ਦੂਸਰਾ ਇਹ HA ਅਤੇ HB ਉਹਦੇ ਆਪਾਂ ਕਹਿ ਸਕਦੇ ਹੈਗੇ ਆ ਨਿਊਕਲੀਅਸ ਵੀ ਕਹਿ ਸਕਦੇ ਹਾਂ। ਠੀਕ ਹੈ, HA ਅਤੇ HB ਆਪਾਂ ਕੀ ਕਹਿ ਸਕਦੇ ਹਾਂ? ਨਿਊਕਲੀਅਸ ਵੀ ਕੰਸੀਡਰ ਕਰ ਲੈਂਦੇ ਹਾਂ ਚਲੋ ਐਟਮਸ ਦੇ। ਠੀਕ ਹੈ, ਹਰੇਕ ਵਿੱਚ ਇੱਕ ਇੱਕ ਇਲੈਕਟ੍ਰੋਨ ਹੁੰਦਾ। ਇਹਦਾ ਇਲੈਕਟ੍ਰੋਨ EA ਆ ਗਿਆ, ਇਹਦਾ ਇਲੈਕਟ੍ਰੋਨ EB ਆ ਗਿਆ। ਹੁਣ ਪਹਿਲੀ ਸਿਚੁਏਸ਼ਨ ਹੈ ਵੈਨ the atoms are at very far distances। ਠੀਕ ਹੈ, ਬਹੁਤ ਦੂਰ ਦੂਰ ਤੱਕ ਹੈਗੇ ਆ ਐਟਮਸ, ਤਾਂ ਉਦੋਂ ਉਹਨਾਂ 'ਚ ਕੋਈ ਫੋਰਸਿਸ ਨਹੀਂ, ਨੋ ਫੋਰਸਿਸ ਔਰ ਨੋ ਇੰਟਰੈਕਸ਼ਨ। ਦੈਟ ਮੀਨਸ ਉਸ ਟਾਈਮ 'ਤੇ ਮੋਲੀਕਿਊਲ ਨਹੀਂ ਬਣਿਆ। ਦੈਟ ਮੀਨਸ ਮੋਲੀਕਿਊਲਸ ਦੀ ਐਨਰਜੀ ਜ਼ੀਰੋ। ਇਸ ਕੇਸ 'ਚ ਆਪਾਂ ਐਨਰਜੀ ਜ਼ੀਰੋ, ਜਦੋਂ ਐਟਮਸ ਆਪਦੇ ਮੈਕਸੀਮਮ ਡਿਸਟੈਂਸ 'ਤੇ ਆ, ਐਟ ਵੈਰੀ ਫਾਰ ਔਰ ਮੈਕਸੀਮਮ ਡਿਸਟੈਂਸ, ਜਿੰਨੀ ਮੈਕਸੀਮਮ 'ਤੇ ਉਹ ਹੋ ਸਕਦੇ ਆ, ਉੱਥੇ ਉਹਨਾਂ 'ਤੇ ਕੋਈ ਫੋਰਸਿਸ ਆਫ ਅਟਰੈਕਸ਼ਨ ਨਹੀਂ, ਕੋਈ ਫੋਰਸਿਸ ਆਫ ਰਿਪਲਸ਼ਨ ਨਹੀਂ। ਉਹ ਆਪਦਾ ਅਲੱਗ ਅਲੱਗ ਇੰਡੀਪੈਂਡੈਂਟ ਪਏ ਆ, ਉਹਨਾਂ ਦੀਆਂ ਜਿਹੜੀਆਂ ਆਪ ਦੀ ਐਨਰਜੀ ਆ ਉਹੀ ਐਨਰਜੀ ਹੈ। ਜੇ ਇੱਥੇ ਤੁਸੀਂ ਮੋਲੀਕਿਊਲ ਦੀ ਐਨਰਜੀ ਕੱਢੋਗੇ ਤਾਂ ਜ਼ੀਰੋ ਆਊਗੀ। ਠੀਕ ਹੈ, ਅਦਰਵਾਈਜ਼ ਸਿਸਟਮ ਦੀ ਐਨਰਜੀ ਕੈਲਕੂਲੇਟ ਕਰਨੀ ਹੋਵੇ ਤਾਂ ਤੁਸੀਂ ਦੋਨਾਂ ਦੀ ਐਨਰਜੀ ਦਾ, ਐਟਮਸ ਦੀ ਐਨਰਜੀ ਦਾ ਸਮ ਕਰ ਦਿਓਗੇ, ਤਾਂ ਉਹ ਤੁਹਾਡੇ ਕੋਲੇ ਕੀ ਆ ਜਾਏਗੀ? ਐਟਮ ਦੀ ਪੂਰੇ ਸਿਸਟਮ ਦੀ ਐਨਰਜੀ ਆ ਜਾਏਗੀ ਉਸ ਟਾਈਮ 'ਤੇ ਜਦੋਂ ਉਹ ਬਹੁਤ ਦੂਰ ਪਏ ਆ। ਦੈਨ ਐਟਮਸ ਸਟਾਰਟ ਕਮਿੰਗ ਟੂਵਰਡਸ ਈਚ ਅਦਰ। ਫਿਰ ਥੋੜ੍ਹੇ ਟਾਈਮ ਬਾਅਦ ਕੀ ਹੁੰਦਾ ਹੈ ਕਿ ਐਟਮਸ ਇੱਕ ਦੂਜੇ ਦੇ ਵੱਲ ਆਉਣਾ ਸ਼ੁਰੂ ਕਰ ਦਿੰਦੇ ਆ। ਠੀਕ ਹੈ, ਦੇ ਕਮ ਕਲੋਜ਼ ਟੂ ਈਚ ਅਦਰ। ਜਦੋਂ ਉਹ ਕਲੋਜ਼ ਆਉਂਦੇ ਆ, ਠੀਕ ਹੈ, ਇਹ ਦੋਨੋਂ ਐਟਮਸ ਇੱਕ ਦੂਸਰੇ ਦੇ ਕਲੋਜ਼ ਆਉਣਾ ਸ਼ੁਰੂ ਹੁੰਦੇ ਆ, ਤਾਂ ਨਿਊ ਫੋਰਸਿਸ ਜਨਰੇਟ, ਨਵੀਆਂ ਫੋਰਸਿਸ ਜਨਰੇਟ ਹੁੰਦੀਆਂ। ਔਰ ਨਿਊ ਫੋਰਸਿਸ ਜਿਹੜੀਆਂ ਜਨਰੇਟ ਹੁੰਦੀਆਂ, ਦੀਜ਼ ਵਿਲ ਬੀ ਆਫ ਟੂ ਟਾਈਪ, ਅਟਰੈਕਟਿਵ ਫੋਰਸਿਸ ਐਂਡ ਰਿਪਲਸਿਵ ਫੋਰਸਿਸ। ਦੋਨੋਂ ਫੋਰਸਿਸ ਹੋਣਗੀਆਂ। ਠੀਕ ਹੈ, ਅਟਰੈਕਟਿਵ ਫੋਰਸਿਸ ਵੀ ਹੋਣਗੀਆਂ, ਰਿਪਲਸਿਵ ਫੋਰਸਿਸ ਵੀ ਹੋਣਗੀਆਂ। ਜਿਵੇਂ ਅਟਰੈਕਟਿਵ ਬਿਟਵੀਨ ਦਾ ਆਪੋਜ਼ਿਟ ਚਾਰਜਸ ਹੋਣਗੀਆਂ, ਰਿਪਲਸਿਵ
सेम चार्जिस दे बिटवीन होणगियां। ठीक है, जदों ए अपोजिट चार्ज किहड़े किहड़े होणगे, एच ए की है न्यूक्लीअस आ तां इहदे ते पॉजिटिव चार्ज, इलैक्ट्रॉन आ तां इहदे ते नैगेटिव, इहदे ते भी नैगेटिव, इहदे ते पॉजिटिव। हुण एच ए ते ई बी दे नवीआं फोर्सिस जिहड़ियां जनरेट होईयां, पुराणियां तां इन्हां विच अट्रैक्टिव फोर्सिस हैगियां ही हैगियां। ठीक है, एच ए ते एच बी दियां पुराणियां फोर्सिस है, ये नवीआं जिहड़ियां जनरेट होईयां एच ए ते ई बी च अट्रैक्टिव हो गईयां, एच बी ते ई ए च हो गईयां। इधर अपने को रिपैल किहड़ियां करनगियां नवीआं, ई ए ते इलैक्ट्रॉन, इलैक्ट्रॉन ते चार्ज सेम है, न्यूक्लीअस न्यूक्लीअस ते चार्ज सेम है, तो इन्हां दोनों च रिपल्सिव फोर्सिस जनरेट हो गईयां। हुण इन्हां दा आपां की देखांगे मैगनीट्यूड, कि मैगनीट्यूड जिहदा ज़्यादा है अट्रैक्टिव का ज़्यादा है कि रिपल्सिव का ज़्यादा है, जिहदा ज़्यादा होगा उही अपने कोल मॉलीक्यूल की फॉर्मेशन होगी। इफ अट्रैक्टिव ज़्यादा मॉलीक्यूल फॉर्म, तो जे अट्रैक्टिव घट है तो मॉलीक्यूल विल नॉट फॉर्म। वैसे तो एक्सपैरीमेंटली डिटरमिन होंदियां कि फोर्सिस का मैगनीट्यूड किवें है, पर जे वैसे वेखना हो तो आप वेख भी सकते हैं। इत्थे दो फोर्सिस ही अट्रैक्टिव है, दो फोर्सिस ही रिपल्सिव है, पर पहला ये नवीआं ने। ओल्ड फोर्सिस किहड़ियां ने, ओल्ड फोर्सिस तो सिर्फ अट्रैक्टिव ही ने, किहदे किहदे च, एच ए ते एच ई ए च, क्योंकि एक न्यूक्लीअस है एक इलैक्ट्रॉन है, एच बी ते ई बी च। हुण ये दो फोर्सिस भी अट्रैक्टिव ने, आ दो फोर्सिस भी अट्रैक्टिव ने, तो टोटल अट्रैक्टिव कितनियां हो गईयां, टोटल अट्रैक्टिव फोर्सिस कितनियां हो गईयां 4, रिपल्सिव कितनियां रह गईयां 2। तो इत्थों भी आप आइडिया ला सकते हैं कि अट्रैक्टिव फोर्सिस आर मोर दैन रिपल्सिव, सो मॉलीक्यूल फॉर्म, तो मॉलीक्यूल फॉर्म हो जाता है H2 मॉलीक्यूल। दैट मीनस H2 जे रिपल्सिव फोर्सिस ज़्यादा होंदियां फिर मॉलीक्यूल ने नहीं बनना सी। सो डू बाय योर सेल्फ He2 molecule, whether it exists or not, just study it। ठीक है, देन उस तो बाद है पोटेंशियल एनर्जी डायग्राम। पोटेंशियल एनर्जी डायग्राम की है अपने को इस तरीके नाल है, इंटर न्यूक्लीयर डिस्टेंस ते इधर है पोटेंशियल एनर्जी, इधर डिस्टेंस है। इंटर न्यूक्लीयर डिस्टेंस मीनस डिस्टेंस बिटवीन द न्यूक्लियाई ऑफ बॉन्डड एटम्स, जिन्ना एटम्स ने बॉन्ड बनाना उन्होंने न्यूक्लीयस का डिस्टेंस, उन्होंने आप की कहने हैं इंटर न्यूक्लीयर डिस्टेंस। ठीक है, तो पोटेंशियल एनर्जी मान लो इत्थे आप पोटेंशियल एनर्जी कंसीडर करते हैं भी 0 आ, मॉलीक्यूल की पोटेंशियल एनर्जी ये जो मॉलीक्यूल की पोटेंशियल एनर्जी है तो एटम्स उत्थे मैक्सीमम डिस्टेंस ते है, एटम्स एट मैक्सीमम डिस्टेंस एक दूजे तो बहुत दूर दूर पे है। ठीक है, जिन्ना उन्होंने मैक्सीमम डिस्टेंस हो सकता है। उस तो बाद इन्हों का डिस्टेंस घटना शुरू हो जाता है, एटम्स क्लोज होने शुरू हो जाते हैं ना, आप इत्थे लिखा एटम स्टार्ट कमिंग टुवार्ड्स ईच अदर, तो उन्होंने विचकार डिस्टेंस घटूगा तो ही एक दूजे वाल आउणगे। डिस्टेंस घटन दे नाल दो फोर्सिस जनरेट होंदियां। हुण मान लो फोर्स जे घट गया तो बॉन्ड बन रहा, अट्रैक्टिव फोर्सिस आ गई, अट्रैक्टिव फोर्सिस आ गई तो नेड़े आ गए तो उन्होंने एनर्जी रिलीज़ हो गई, दैट मीनस वो घट गई एनर्जी, पहला नालों डाउन आ गया एनर्जी च, ते इंटर डिस्टेंस भी इधर नूं शिफ्ट हो गया, तो मीनस डिस्टेंस भी घट गया तो एनर्जी भी घट गई। अगर रिपल्सिव फोर्सिस होंदियां तो डिस्टेंस तो घट गया पर जिहड़ा रिपल्सिव फोर्सिस की एनर्जी वध गई, इत्थे एनर्जी की वैल्यू ज़्यादा है, इत्थे एनर्जी की वैल्यू घट है। तो जे अट्रैक्टिव फोर्सिस आ ये हुण रिपल्सिव है, जे रिपल्सिव फोर्सिस आ तो एटम्स इत्थे चल गए, जे उन्हां च अट्रैक्टिव फोर्सिस तो इत्थे चल गए। हुण दोनों चों मैगनीट्यूड किहदा ज़्यादा है, अट्रैक्टिव का। जे अट्रैक्टिव का मैगनीट्यूड ज़्यादा दैट मीनस दोनों च बॉन्ड फॉर्मेशन हो जाएगी तो एनर्जी होर रिलीज़ हो जाएगी तो एनर्जी घट जाएगी। इत्थे आके एनर्जी मिनीमम है, इत्थे एनर्जी मिनीमम है। ठीक है, जदों तुसी इत्थे रिपल्सिव फोर्सिस की एनर्जी है इत्थों लाओगे तो कर्व तुहाडी इस तरीके नाल बनदी है।
ठीक है। कर्व इस तरीके नाल बनती है, जिहड़ी कर्व हैगी है तुहाडे कोले, ठीक है, इत्थे एनर्जी मिनीमम इत्थे लगाउणी है, इत्थे लगा लो, ठीक है, इस तरीके नाल जाऊगी। इत्थे एनर्जी मिनीमम है, इस एनर्जी नूं बॉन्ड एनर्जी कहने आपां, जिहड़ी इत्थे आके वैल्यू आउंदी है एनर्जी दी, ते इत्थे जिहड़ा R0 है ये बॉन्ड लेंथ आ जांदा, ये की आ जाता है, बॉन्ड लेंथ आ जाती है, मॉलीक्यूल की बॉन्ड लेंथ आ जाती है, ये एनर्जी इत्थे मिनीमम हो जाती है तो मॉलीक्यूल बन जाता है। तो दिस इज़ द पोटेंशियल एनर्जी डायग्राम एंड VBT overlapping concept we will do tomorrow.